ਜਦੋਂ ਸਹਿਜ ਸੁਭਾਅ ਸਤਿਗੁਰੂ ਜੀ ਬਿਨਾਂ ਦੱਸਿਆਂ ਹੀ ਆਪਣੀ ਮੌਜ ਵਿੱਚ ਕਈ ਮਹੀਨਿਆਂ ਬਾਅਦ ਘਰ ਆਏ। ਅਚਨਚੇਤ ਤੁਲਸਾਂ ਦਾਸੀ ਨੇ ਸਤਿਗੁਰਾਂ ਨੂੰ ਦਰਵਾਜ਼ੇ ਤੇ ਵੇਖਿਆ। ਉੱਚੀ ਆਵਾਜ਼ ਵਿੱਚ ਉਹ ਪੌੜੀ ਚੜ੍ਹ ਦੱਸਣ ਵਾਸਤੇ ਆਏ ਨੇ। ਭੈਣ ਨਾਨਕੀ ਜੀ ਨੇ ਜਦੋਂ ਸਤਿਗੁਰਾਂ ਦੇ ਬਾਰੇ, ਆਪਣੇ ਵੀਰ ਬਾਰੇ ਆਉਣਾ ਸੁਣਿਆ, ਪਹਿਲਾਂ ਤੇ ਯਕੀਨ ਨਾ ਹੋਇਆ। ਖੁਸ਼ੀ ਦੇ ਵਿੱਚ ਚੁਬਾਰੇ ਤੋਂ ਉਤਰ ਕੇ ਆਏ ਨੇ। ਇਹਨਾਂ ਸ਼ਬਦਾਂ ਨੂੰ ਸੁਣ ਕੇ ਜੈ ਰਾਮ ਵੀ ਪਿੱਛੇ ਪਿੱਛੇ ਦੌੜੇ ਆਏ। ਜਿਹੜੇ ਚਿੰਤਾ ਦੇ ਵਿੱਚ ਬੈਠੇ ਸੀ, ਪਤਾ ਨਹੀਂ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਮਸਜਿਦ ਦੇ ਵਿੱਚ ਕੀ ਵਰਤਾਰਾ ਵਰਤਿਆ ਹੋਣਾ। ਭੱਜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ, ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੀ ਸਾਦਗੀ ਦੇ ਵਿੱਚ ਨੇ। ਉਹਨਾਂ ਗਲ ਖਫਣੀ ਪਾਈ ਹੋਈ ਹੈ, ਕੁੜਤੀ। 2 ਗਜ ਦਾ ਵਸਤਰ ਸਤਿਗੁਰਾਂ ਨੇ ਸਿਰ ਤੇ ਲਪੇਟਿਆ ਹੋਇਆ ਹੈ। ਚਰਨਾਂ ਤੋਂ ਨੰਗੇ ਨੇ। ਸਤਿਗੁਰਾਂ ਦੇ ਨਾਲ ਹੀ ਭਾਈ ਬਾਲਾ ਜੀ ਘਰ ਪ੍ਰਵੇਸ਼ ਹੋਏ। ਭੈਣ ਨਾਨਕੀ ਇੰਨੇ ਚਾਅ ਵਿੱਚ ਨੇ, ਇੰਨੀ ਖੁਸ਼ੀ ਵਿੱਚ ਨੇ, ਚਾਅ ਚੱਕਿਆ ਨਹੀਂ ਜਾਂਦਾ। ਇਹ ਵੀ ਨਾ ਕਹਿ ਸਕੇ ਬੈਠ ਜਾਓ, ਅੰਦਰ ਆਓ। ਪਿਆਰ ਦੀਆਂ ਬੇਨਤੀਆਂ ਕਰਦੇ ਨੇ, ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਨੇ। ਜੈ ਰਾਮ ਜੀ ਦਾ ਦਿਲ ਇੱਦਾਂ ਖਿੜਿਆ ਜਿਵੇਂ ਸੂਰਜ ਨੂੰ ਵੇਖ ਸੂਰਜਮੁਖੀ ਦਾ ਫੁੱਲ ਖਿੜ ਜਾਂਦਾ ਹੈ। ਖੁਸ਼ੀ ਦੇ ਵਿੱਚ ਨੇਤਰ ਭਰ ਆਏ ਨੇ। ਨਾਰਾਜ ਛੰਦ ਜਰਾਮ ਔਰ ਨਾਨਕੀ ਬਸਾਏ ਪੂਰ ਸਦਰਾ ਮਸੀਤ ਆਪ ਜਾਏ ਜਿਉ ਕਰੀ ਕਹੋ ਮਈਆ ਕਰ। ਜੈ ਰਾਮ ਜੀ ਨੇ ਬੜੇ ਪਿਆਰ ਵਿੱਚ ਬੇਨਤੀ ਕਰਕੇ ਸਤਿਗੁਰਾਂ ਨੂੰ ਵਿਹੜੇ ਦੇ ਵਿਚਕਾਰ ਸੋਹਣੇ ਜਿਹੇ ਪਲੰਘੇ ਤੇ ਬਿਠਾ ਲਿਆ। ਹਾਲ ਪੁੱਛਦੇ ਆ, ਜਲ ਪਾਣੀ ਛਕਾਇਆ। ਭੈਣ ਨਾਨਕੀ ਨੂੰ ਤੇ ਚਾਈ ਵੜਾ। ਕਿੰਨੇ ਮਹੀਨਿਆਂ ਬਾਅਦ ਅਚਨਚੇਤ ਗੁਰੂ ਪਾਤਸ਼ਾਹ ਆ ਗਏ। ਕਿਸੇ ਨੂੰ ਦੱਸਿਆ ਨਹੀਂ, ਕਿਸੇ ਨੂੰ ਸੁਨੇਹਾ ਨਹੀਂ ਦਿੱਤਾ। ਅੱਗੇ ਉਹ ਵੀ ਸਮਾਂ ਸੀ ਜਦੋਂ ਪਰਿਵਾਰ ਮਿਲਣ ਜਾਂਦਾ ਸੀ। ਸਤਿਗੁਰ ਮਸਾਣਾ ਵਿੱਚ, ਸ਼ਮਸ਼ਾਨ ਵਿੱਚ ਪਰਿਵਾਰ ਨੂੰ ਵੇਖ ਕੇ, ਦੁਨੀਆ ਨੂੰ ਵੇਖ ਕੇ ਮੁੱਖ ਫੇਰ ਲੈਂਦੇ ਸੀ। ਜਲ ਪਾਣੀ ਛਕਾਇਆ। ਦੁੱਧ ਪਾਣੀ ਛਕਾਉਣ ਤੋਂ ਬਾਅਦ ਜੈ ਰਾਮ ਆਖਣ ਲੱਗੇ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਮਸਜਿਦ ਦੇ ਵਿੱਚ ਕੀ ਕੁਝ ਹੋਇਆ। ਬੇਸ਼ੱਕ ਜੈ ਰਾਮ ਜੀਆਂ ਕੋਲ ਖਬਰ ਆਈ ਹੈ, ਨਿੱਧੇ ਪੁਰੋਹਿਤ ਨੇ ਦਿੱਤੀ ਹੈ, ਪਰ ਨਿੱਧੇ ਪੁਰੋਹਿਤ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਸੀ। ਉਹਨੇ ਆਪ ਕਿਹਾ ਮੈਂ ਲੋਕਾਂ ਤੋਂ ਸੁਣ ਸੁਣਾ ਕੇ ਦੱਸਿਆ, ਕੇਵਲ ਮੈਂ ਗੁਰੂ ਸਾਹਿਬ ਨੂੰ ਹੱਸਦੇ ਵੇਖਿਆ ਨਵਾਬ ਨਾਲ। ਤੇ ਜੈ ਰਾਮ ਦੇ ਅੰਦਰ ਦੀ ਦੁਬਦਾ, ਸਤਿਗੁਰਾਂ ਦੇ ਜੀਜਾ ਜੀ ਦੇ ਮਨ ਦੀ ਦੁਬਦਾ ਜਾ ਨਹੀਂ ਰਹੀ, ਪਰ ਗੁਰੂ ਸਾਹਿਬ ਨੂੰ ਵੇਖ ਅੰਦਰੋਂ ਸਕੂਨ ਮਿਲਿਆ। ਦੋਨੇ ਹੱਥ ਜੋੜ ਕੇ ਆਖਣ ਲੱਗੇ, ਮਹਾਰਾਜ ਕਿਰਪਾ ਕਰਕੇ ਦੱਸੋ ਮਸੀਤ ਦੇ ਵਿੱਚ ਆਪ ਜੀ ਨਾਲ ਕੀ ਕੁਝ ਹੋਇਆ ਏ। ਸੁਚਿੰਤ ਚੀਤ ਹਵੈ ਰਹੇ ਨਾ ਭੇਵ ਕੋਈ ਜਾਣੀਐ ਉਮਾਨ ਨਿੰਦਿਆਨੰ ਭਨੈ ਸੁਣੇ ਭੁਲਾਨੀਐ। ਕਿਉਂਕਿ ਸਤਿਗੁਰੂ ਜੀ ਲੋਕਾਂ ਦੇ ਕੋਲੋਂ ਸੁਣਿਆ, ਜਿੰਨੇ ਵਿਅਕਤੀ ਬੋਲਦੇ ਸੀ, ਕੋਈ ਵਿਰੁੱਧ ਬੋਲਦਾ ਸੀ, ਕੋਈ ਹੱਕ ਵਿੱਚ ਬੋਲਦਾ ਸੀ। ਸਭ ਨੇ ਆਪਣੀ ਆਪਣੀ ਬੋਲੀ ਬੋਲੀ ਹੈ। ਜਦੋਂ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਬੜੀ ਚਿੰਤਾ ਹੁੰਦੀ ਸੀ। ਕੋਈ ਕਹਿੰਦਾ ਸੀ ਧਰਮ ਤਬਦੀਲ ਹੋ ਜਾਏਗਾ, ਕੋਈ ਕਹਿੰਦਾ ਨਾਨਕ ਵਿਚਾਰੇ ਦਾ ਕਸੂਰ ਕੀ ਹੈ, ਕੋਈ ਕਹਿੰਦੇ ਇਹਨੂੰ ਸਜ਼ਾ ਮਿਲੇਗੀ। ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਦੁਬਦਾ ਦੇ ਵਿੱਚ ਸੀ। ਐ ਪਾਤਸ਼ਾਹ ਮੇਰੀ ਦੁਬਦਾ ਕੱਟ ਦਿਓ। ਅਜੇ ਤੱਕ ਵੀ ਮੈਨੂੰ ਨਹੀਂ ਪਤਾ ਆਪ ਜੀ ਦੇ ਨਾਲ ਉੱਥੇ ਕੀ ਕੁਝ ਵਰਤਿਆ, ਕੀ ਕੁਝ ਹੋਇਆ ਹੈ। ਗੁਰੂ ਪਨੰਤ ਬੀਤ ਗਈ ਜੋ ਤਾਹੀਂ ਕਿਆ ਵਿਚਾਰ ਹੈ ਸਮੀਪ ਜੇ ਪੁਮਾਨ ਬੇ ਸਨੇਹੋ ਸੋ ਉਚਾਰ ਹੈ। ਥੋੜਾ ਜਿਹਾ ਮੁਸਕਰਾ ਕੇ ਸਤਿਗੁਰੂ ਆਖਣ ਲੱਗੇ, ਕਹਿੰਦੇ ਜੀਜਾ ਜੀ ਜੋ ਬੀਤ ਗਿਆ ਸੋ ਬੀਤ ਗਿਆ। ਜਿਹੜਾ ਸਮਾਂ ਲੰਘ ਚੁੱਕਿਆ, ਜੋ ਕੁਝ ਹੋ ਚੁੱਕਿਆ, ਉਹਨੇ ਦੁਬਾਰਾ ਵਰਤਣਾ ਨਹੀਂ ਹੈ। ਛੱਡੋ ਬੀਤੀਆਂ ਗੱਲਾਂ ਨੂੰ। ਹੋਈ ਬੀਤੀ ਤੇ ਮਿੱਟੀ ਪਾ ਦਿਓ। ਜੇ ਕਿਸੇ ਨੇ ਸਾਨੂੰ ਮਾੜਾ ਕਿਹਾ ਤਾਂ ਵੀ ਚੰਗਾ,
ਕਿਸੇ ਨੇ ਸਾਨੂੰ ਭਲਾ ਕਹਿ ਦਿੱਤਾ ਤਾਂ ਵੀ ਚੰਗਾ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਗੱਲ ਨੂੰ ਟਾਲਣਾ ਚਾਹੁੰਦੇ ਆ, ਕਿਉਂਕਿ ਉਹ ਜਾਣਦੇ ਆ ਦੁਨੀਆ ਕੇਵਲ ਤਿੰਨੇ ਕਾਲਾਂ ਵਿੱਚ ਵਰਤ ਰਹੀ ਹੈ, ਭੂਤ ਕਾਲ, ਭਵਿੱਖਤ ਕਾਲ ਤੇ ਵਰਤਮਾਨ। ਰੱਬ ਦੇ ਪਿਆਰੇ, ਇਹਨਾਂ ਕਾਲਾਂ ਦੇ ਵਿੱਚ ਕਦੇ ਬੱਧੇ ਨਹੀਂ ਹੁੰਦੇ। ਹੁਣ ਇਹ ਜੋ ਪੁਰਾਣੀ ਗੱਲ ਜੈ ਰਾਮ ਸੁਣਨੀ ਚਾਹੁੰਦੇ ਆ, ਉਹ ਤੇ ਆਪਣੇ ਮਨ ਦੀ ਸੰਤੁਸ਼ਟੀ ਵਾਸਤੇ ਪੁੱਛ ਰਹੇ ਆ ਵੀ ਲੋਕ ਕੀ ਕਹਿੰਦੇ ਆ। ਜਿਨ੍ਹਾਂ ਨਾਲ ਬੀਤੀ ਆ, ਜਿਨ੍ਹਾਂ ਨਾਲ ਹੋਈ ਹੈ, ਉਹ ਜ਼ਿਆਦਾ ਬਿਹਤਰ ਜਾਣਦੇ ਆ। ਸਤਿਗੁਰ ਗੱਲ ਟਾਲ ਰਹੇ ਸੀ, ਆਖਣ ਲੱਗੇ ਜੀਜਾ ਜੀ, ਜਿਹਨੇ ਜੋ ਕਿਹਾ ਚੰਗਾ ਹੀ ਕਿਹਾ। ਲੰਘੇ ਹੋਏ ਸਮੇਂ ਨੂੰ ਫਰੋਲਿਆ, ਹੁਣ ਕੁਝ ਵੀ ਪ੍ਰਾਪਤ ਹੋਣਾ ਨਹੀਂ। ਜਰਾਮ ਹਾਥ ਬੰਦ ਦੋ, ਬੁਝੰਤ ਬਾਰ ਬਾਰ ਹੀ। ਮਸੀਤ ਮੈਂ ਬਤੀਤ ਜਿਉ, ਸੁਣਾਈਏ ਉਚਾਰਹੀ। ਜਦੋਂ ਸਤਿਗੁਰਾਂ ਨੇ ਬਚਨ ਟਾਲ ਦਿੱਤੇ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਮਸਜਿਦ ਦੀ ਗੱਲ ਹੁਣ ਨਹੀਂ ਕਰਨੀ ਚਾਹੁੰਦੇ। ਬੀਤੇ ਸਮੇਂ ਨੂੰ ਫਰੋਲ ਕੇ ਕੀ ਮਿਲਦਾ ਹੈ? ਲੰਘਿਆ ਹੋਇਆ ਸਮਾਂ, ਲੰਘੇ ਹੋਏ ਪਲ ਯਾਦ ਕੀਤਿਆਂ ਮੁੜ ਨਹੀਂ ਆਉਣੇ, ਸਗੋਂ ਜਿਹੜੇ ਪਲਾਂ ਵਿੱਚ ਯਾਦ ਕਰਦੇ ਸੀ ਉਹ ਪਲ ਵੀ ਖਰਾਬ ਹੋ ਰਹੇ ਆ। ਸਤਿਗੁਰਾਂ ਨੇ ਜਦੋਂ ਮਨਾ ਕਰ ਦਿੱਤਾ, ਜੀਜਾ ਜੈ ਰਾਮ ਜੀ ਨੇ 3-4 ਵਾਰ ਜਿੱਦ ਕੀਤੀ, ਬੇਨਤੀ ਕੀਤੀ, ਕਹਿੰਦੇ ਪਾਤਸ਼ਾਹ ਜਦੋਂ ਤੱਕ ਮੈਂ ਆਪ ਜੀ ਦੇ ਮੁਖ ਤੋਂ ਨਹੀਂ ਸੁਣਦਾ ਮੇਰੀ ਚਿੰਤਾ ਨਹੀਂ ਜਾਣੀ, ਕਿਉਂਕਿ ਮੈਂ ਜਾਣਨਾ ਚਾਹੁੰਦਾ ਆਪ ਜੀ ਦੇ ਨਾਲ ਅੰਦਰ ਕੀ ਹੋਇਆ। ਕੋਈ ਹਿੰਦੂ ਵੀਰ ਅੰਦਰ ਨਹੀਂ ਗਿਆ, ਕਿਸੇ ਮੁਸਲਮਾਨ ਨੇ ਮੈਨੂੰ ਦੱਸਣਾ ਨਹੀਂ ਅੰਦਰ ਕੀ ਹੋਇਆ। ਤੁਹਾਡੇ ਨਾਲ ਬੀਤੀ ਹੈ, ਨਵਾਬ ਸਾਹਿਬ ਤੁਹਾਡੇ ਨਾਲ ਸਨ, ਕਾਜੀ ਕੋਲੇ ਸੀ, ਕਿਰਪਾ ਕਰਕੇ ਬਿਹਤਰ ਦੱਸ ਦਿਓ ਅੰਦਰ ਹੋਇਆ ਕੀ ਹੈ, ਕੀ ਕੁਝ ਤੁਹਾਡੇ ਨਾਲ ਵਰਤਿਆ। ਜਦੋਂ ਕਈ ਵਾਰ ਜੈ ਰਾਮ ਜੀ ਨੇ ਗੱਲ ਪੱਲਾ ਪਾ ਕੇ ਬੇਨਤੀ ਕੀਤੀ, ਤਰਲੇ ਕਰਦੇ ਆ, ਅੱਖਾਂ 'ਚੋਂ ਹੰਝੂ ਆ ਗਏ। ਕਹਿੰਦੇ ਮਹਾਰਾਜ ਮੇਰੇ ਦਿਲ ਦੀ ਇੱਛਾ ਹੈ, ਮੈਂ ਜਾਣਨਾ ਚਾਹੁੰਦਾ ਹਾਂ। ਬੁਝੈ ਆਨ ਕੋ ਹਮੈ, ਬਿਨਾ ਸੁਣੇ ਕੀ ਭਾਖਾਹੀ। ਤੁਮਾਰ ਟੁੱਡ ਜੋ ਸੁਣੈ, ਸੋ ਸਾਚ ਬਛ ਲਖਹੀ। ਸਤਿਗੁਰ ਜੀ ਬੜੇ ਪਿਆਰ 'ਚ ਪੁੱਛਦੇ, ਆਖਣ ਲੱਗੇ ਜੈ ਰਾਮ ਜੀ ਤੁਸੀਂ ਕਿਉਂ ਜਿੱਦ ਕਰਦੇ ਹੋ, ਕਿਉਂ ਪੁੱਛਣਾ ਚਾਹੁੰਦੇ ਹੋ? ਜੈ ਰਾਮ ਆਖਣ ਲੱਗੇ ਮਹਾਰਾਜ ਮੈਂ ਲੋਕਾਂ ਕੋਲੋਂ ਸੁਣਿਆ, ਹਰ ਮੂੰਹ ਦੀ ਆਪਣੀ ਗੱਲ ਹੈ। ਲੋਕਾਂ ਦੀਆਂ ਸੁਣੀਆਂ ਗੱਲਾਂ ਹੱਡ ਬੀਤੀ ਤੇ ਜਗ ਬੀਤੀ ਵਿੱਚ ਫਰਕ ਹੈ। ਤੇ ਜੇ ਆਪ ਜੀ ਦੱਸ ਦੋਗੇ ਤੁਹਾਡੇ ਨਾਲ ਕੀ ਹੋਇਆ ਹੈ, ਕੱਲ ਤੁਹਾਡੇ ਪਿਤਾ ਵੀ ਪੁੱਛਣਗੇ। ਆਪ ਜੀ ਦੇ ਸਹੁਰਾ ਸਾਹਿਬ ਮੂਲ ਚੰਦ ਜੀ, ਉਹ ਵੀ ਬੈਠੋ ਜਵਾਬ ਮੰਗਣਗੇ, ਗੁਰੂ ਸਾਹਿਬ ਮਸਜਿਦ ਕਿਉਂ ਗਏ, ਉੱਥੇ ਕੀ ਹੋਇਆ? ਮੈਂ ਜਵਾਬ ਦੇ ਹਾਂ। ਮੇਰੇ ਦਿਲ ਦੀ ਤਮੰਨਾ ਹੈ ਜਦੋਂ ਤੱਕ ਤੁਸੀਂ ਮੈਨੂੰ ਇਹ ਸੱਚ ਨਹੀਂ ਦੱਸੋਗੇ, ਵਾਕਿਆ ਨਹੀਂ ਦੱਸੋਗੇ, ਮੈਨੂੰ ਤਰਵਾਸਾ ਨਹੀਂ ਹੋਣਾ। ਉਹਨਾਂ ਆਪਣਾ ਕਾਰਨ ਦੱਸ ਦਿੱਤਾ ਵੀ ਮੇਰੇ ਸਿਰ ਬੜੀਆਂ ਜ਼ਿੰਮੇਵਾਰੀਆਂ ਨੇ, ਮੈਂ ਬੜਿਆਂ ਨੂੰ ਜਵਾਬ ਦੇ ਹਾਂ। ਜੇ ਮੈਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕੀਤੀਆਂ, ਇਹੀ ਲੋਕਾਂ ਨੇ ਜਾ ਕੇ ਉਧਰ ਦੱਸ ਦੇਣਾ ਸਤਿਗੁਰਾਂ ਦੇ ਪਿਤਾ ਨੂੰ ਵੀ ਹੋਇਆ ਤੇ ਇਦਾਂ ਸੀ, ਤੁਹਾਨੂੰ ਗੁੰਮਰਾਹ ਕਰਦੇ ਆ। ਪਾਤਸ਼ਾਹ ਆਖਰੀ ਬੇਨਤੀ ਹੈ, ਕਿਰਪਾ ਕਰਕੇ ਦੱਸੋ। ਜਦੋਂ ਜੈ ਰਾਮ ਜੀ ਬਾਰ-ਬਾਰ ਕਹਿੰਦੇ ਰਹੇ, ਫਿਰ ਭੈਣ ਨਾਨਕੀ ਹੱਥ ਜੋੜ ਆਖਣ ਲੱਗੇ, ਪਾਤਸ਼ਾਹ ਜੀਓ ਇਹ ਗਰੀਬ ਨਵਾਜ਼, ਇਹ ਰੱਬ ਪ੍ਰਭੂ ਜੀ ਬਚਨ ਨਾ ਬੋਲੋ। ਜੇ ਆਪ ਜੀ ਥੋੜਾ ਜਿਹਾ ਕਸ਼ਟ ਕਰੋ ਸਾਨੂੰ ਦੱਸ ਦਿਓ, ਅਸੀਂ ਜਾਣਨਾ ਚਾਹੁੰਦੇ ਹਾਂ। ਭਈ ਜੋ ਆਦ ਅੰਤ ਲੋ, ਬਖਾਨ ਆਪ ਕੀਜੀਏ। ਸਬੈ ਸੁਨਾਈ ਬਾਤ ਕੋ, ਆਨੰਦ ਮੋਹਿ ਦੀਜੀਏ। ਬੇਸ਼ੱਕ ਗੱਲ ਭਾਵੇਂ ਅਸੀਂ ਸੁਣੀ ਹੋਵੇ, ਪਰ ਗਰੀਬ ਨਵਾਜ਼ ਜਦੋਂ ਤੁਹਾਡੀ ਰਸਨਾ ਤੋਂ ਸੁਣਾਂਗੇ ਉਹਦਾ ਆਨੰਦ ਹੀ ਹੋਰ ਹੋਏਗਾ। ਸੁਭਾਵਿਕ ਗੱਲ ਹੈ ਜੀ, ਕਿਸੇ ਦੀ ਗੱਲ ਕੋਈ ਸੁਣਾਵੇ ਗੱਲ ਨਹੀਂ ਬਣਦੀ। ਜਿਹਦੇ ਨਾਲ ਬੀਤੀ ਹੋਵੇ, ਜਿਹਦੇ ਨਾਲ ਹੋਈ ਹੋਵੇ, ਉਹ ਭਾਵੇਂ ਘੱਟ ਅੱਖਰਾਂ ਵਿੱਚ ਸੁਣਾਵੇ, ਸੰਖੇਪ ਵਿੱਚ ਸੁਣਾਵੇ, ਉਸ ਗੱਲ ਵਿੱਚ ਜਾਨ ਹੁੰਦੀ ਹੈ, ਬਲ ਹੁੰਦਾ ਹੈ, ਤੇ ਉਸ ਗੱਲ ਦਾ ਇੱਕ ਪ੍ਰਭਾਵ ਹੁੰਦਾ ਹੈ। ਸੁਣੀ ਸੁਣਾਈ ਗੱਲ ਤੇ ਤੀਜੀ ਚੌਥੀ ਥਾਂ ਤੇ ਜਾ ਕੇ ਰੂਪ ਬਦਲ ਜਾਂਦੀ ਹੈ। ਲੋਕਾਂ ਦੀਆਂ ਗੱਲਾਂ ਤੇ ਫਿਰ ਲੋਕਾਂ ਦੀਆਂ ਨੇ। ਜਦੋਂ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰ ਤੁਰਠ ਗਏ, ਪ੍ਰਸੰਨ ਹੋ ਗਏ। ਭਾਵ ਚਾਹੁੰਦੇ ਆ ਵੀ ਜੇ ਦੋਨੋਂ ਪਤੀ ਪਤਨੀ ਇਹ ਪੁੱਛਣਾ ਚਾਹੁੰਦੇ ਆ, ਸਤਿਗੁਰਾਂ ਦੇ ਭੈਣ ਜੀ ਤੇ ਜੀਜਾ ਜੈ ਰਾਮ ਜੀ,
ਪਰ ਪੁੱਛਣ ਵਾਲਿਆਂ ਅੰਦਰ ਕੋਈ ਕਪਟ ਨਹੀਂ ਹੈ, ਕੋਈ ਛਲ ਨਹੀਂ ਹੈ, ਕੋਈ ਸਿਆਣਪ ਨਹੀਂ ਹੈ, ਸਿਰਫ ਪਿਆਰ ਤੇ ਪ੍ਰੇਮ ਛੱਲਾਂ ਮਾਰਦਾ ਦਿਸਦਾ ਹੈ। ਸਤਿਗੁਰ ਕਹਿੰਦੇ ਸੁਣੋ ਫਿਰ ਸਾਡੇ ਨਾਲ ਕੀ ਹੋਇਆ। ਆਦ ਤੋਂ ਲੈ ਕੇ ਅੰਤ ਤੱਕ ਸਾਰੀ ਦਾਸਤਾਂ ਸੁਣਾਉਂਦੇ ਹਾਂ। ਅੜਿਲ ਦੇਖ ਦੀਨਤਾ ਦਿਆਲ, ਬਦਨ ਸਭ ਬਿਦ ਕਹੀ, ਜਿਉ ਹੋਇਓ ਬਿਰਤਾਂਤ, ਖਾਨ ਕਾਜੀ ਸਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸੇ ਪਲੰਗੇ ਤੇ ਚੌਂਕੜਾ ਲਾਇਆ ਜਿੱਥੇ ਬੈਠੇ ਸੀ। ਕਹਿੰਦੇ ਸੁਣੋ ਜੀਜਾ ਜੀ, ਕਿਉਂਕਿ ਇਹਨਾਂ ਦੀ ਬੇਨਤੀ ਆ ਵੀ ਤੁਸੀਂ ਆਪ ਦੱਸੋ ਤੁਹਾਡੇ ਨਾਲ ਕੀ ਹੋਇਆ। ਮਹਾਰਾਜ ਕਹਿੰਦੇ ਸਾਡਾ ਮਸਜਿਦ ਜਾਣ ਪਿੱਛੇ ਜਿਹੜਾ ਮੁੱਖ ਪ੍ਰਯੋਜਨ ਸੀ, ਪਿੱਛੇ ਸੀ ਸ਼ਿਕਾਇਤ ਕਰਤਾ ਕਾਜੀ। ਕਾਜੀ ਨੂੰ ਲੱਗਦਾ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਮਸ਼ਾਨ ਵਿੱਚ ਬੈਠ ਕੇ ਆਖਿਆ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਵੀ ਤੇ ਕੱਚੇ ਆ, ਇਹ ਤੇ ਝੂਠੇ ਆ। ਅੰਦਰੋਂ ਈਰਖਾ ਵਸ ਆ ਕਿ ਉਹਨੇ ਨਵਾਬ ਨੂੰ ਬੜੀਆਂ ਗੱਲਾਂ ਆਖੀਆਂ। ਕਹਿੰਦਾ ਜੀ ਸਾਰੀਆਂ ਗੱਲਾਂ ਛੱਡੋ, ਇਹਨਾਂ ਨੂੰ ਦੀਨੇ ਇਸਲਾਮ ਚ ਲੈ ਆਓ, ਮੁਸਲਮਾਨ ਬਣਾ ਦਿਓ। ਤੇ ਨਵਾਬ ਸਾਹਿਬ ਕਹਿੰਦੇ ਉਹਦੀਆਂ ਗੱਲਾਂ ਵਿੱਚ ਆਏ। ਵਕਤੀ ਤੌਰ ਤੇ ਕਾਜੀ ਦਾ ਪ੍ਰਭਾਵ ਪਿਆ। ਉਹਨਾਂ ਸਾਨੂੰ ਜੁਮੇ ਦੀ ਨਮਾਜ਼ ਦਾ ਹੁਕਮ ਦਿੱਤਾ ਸੀ ਨਵਾਬ ਨੇ ਵੀ ਤੁਹਾਨੂੰ ਸਾਡੇ ਨਾਲ ਜਾ ਕੇ ਨਮਾਜ਼ ਪੜ੍ਹਨੀ ਪੈਣੀ ਆ। ਉਹਨੇ ਕੋਈ ਬੇਨਤੀ ਨਹੀਂ ਕੀਤੀ ਕਿਉਂਕਿ ਕਾਜੀ ਚਾਹੁੰਦਾ ਸੀ ਨੀਚਾ ਵਿਖਾਉਣਾ। ਤੇ ਗੁਰੂ ਸਾਹਿਬ ਕਹਿੰਦੇ ਕਾਜੀ ਤੇ ਨਵਾਬ ਸਾਡੇ ਨਾਲ ਚੱਲੇ। ਸਾਨੂੰ ਲੈ ਗਏ ਮਸਜਿਦ ਦੇ ਵਿੱਚ। ਸੈਂਕੜੇ ਲੋਕਾਂ ਦੇ ਵਿੱਚ ਇਹ ਗੱਲ ਦਾ ਰੌਲਾ ਪੈ ਗਿਆ। ਦੁਨੀਆ ਤਮਾਸ਼ਾ ਵੇਖਣ ਆ ਗਈ। ਮਨ ਮੁਖ ਮੂੜ ਅਜਾਨ, ਨਾ ਮਨ ਥਿਰ ਕਰਤ ਹੈ, ਹੋ ਬਾਹਰ ਵੇਖ ਸਰੀਰ, ਬੰਦਗੀ ਧਰਤ ਹੈ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਉਹ ਕਾਜੀ ਕਪਟੀ ਸੀ, ਮਨਮੁਖ ਸੀ, ਛਲੀਆ ਸੀ। ਉਹ ਸਿਰਫ ਬਾਹਰ ਦੀ ਬੰਦਗੀ ਵੇਖਦਾ ਸੀ। ਬਾਹਰ ਦੀ ਬੰਦਗੀ ਕੀ? ਲਿਬਾਸ ਧਰਮ ਦਾ। ਕਾਜੀ ਨੂੰ ਲੱਗਦਾ ਸੀ ਮੈਂ ਬੜਾ ਸੋਹਣਾ ਚੋਲਾ ਪਹਿਨਿਆ ਹੋਇਆ, ਲੰਬੀ ਦਾੜੀ ਰੱਖੀ ਹੈ, ਸੋਹਣੇ ਮੇਰੇ ਵਸਤਰ ਪਾਏ ਆ, ਤੇ ਨਵਾਬ ਸਾਹਿਬ ਵੀ ਅੱਜ ਨਮਾਜ਼ ਅਦਾ ਕਰਨ ਵਾਸਤੇ ਆਏ। ਅਸੀਂ ਤੇ ਰੱਬ ਦੇ ਪੈਰੋਕਾਰ ਹਾਂ, ਪਰਮਾਤਮਾ ਸਾਡੇ ਨਾਲ ਹੀ ਹੈ। ਮਰਦ ਕਹਿੰਦੇ ਉਹ ਸਿਰਫ ਲਿਬਾਸ ਦਾ ਭਰਮ ਪਾਲੀ ਬੈਠੇ ਸੀ, ਮਨ ਉਹਨਾਂ ਦਾ ਮਸਜਿਦ ਵਿੱਚ ਨਹੀਂ ਸੀ, ਕੇਵਲ ਸਰੀਰ ਕਰਕੇ ਹਾਜ਼ਰ ਸੀ। ਪਰ ਜਤਾਉਂਦੇ ਇਦਾਂ ਸੀ ਵੀ ਸਾਡੇ ਵਰਗਾ ਧਰਮੀ ਕੋਈ ਨਹੀਂ, ਸਾਡੇ ਜਿਹਾ ਪੰਜ ਨਮਾਜ਼ੀ ਕੋਈ ਹੋ ਨਹੀਂ ਸਕਦਾ। ਗਰਵ ਕਰੇ ਨਿਜ ਹਿਰਦੇ, ਖੁਦਾਈ ਕੀ ਯਾਦ ਹੈ, ਸ਼ੂਸ਼ੇ ਪ੍ਰੇਮ ਬਹੀਨ, ਵੇਖ ਸਭ ਬਾਦ ਹੈ। ਉਹ ਕਪਟ ਕਰਦੇ ਸੀ, ਛਲ ਕਰਦੇ ਸੀ ਰੱਬ ਦੇ ਘਰ ਦੇ ਵਿੱਚ ਖੜ ਕੇ, ਹੰਕਾਰ ਦਾ ਦਿਖਾਵਾ ਕਰਦੇ ਸੀ ਆਪਣੇ ਧਰਮ ਨੂੰ ਲੈ ਕੇ। ਅੰਦਰ ਖਾਲੀ ਸੀ, ਅੰਦਰ ਛੂਛਾ ਸੀ, ਅੰਦਰ ਕੱਖ ਵੀ ਨਹੀਂ ਸੀ। ਜੇ ਸੀ ਤੇ ਇੱਕ ਮੈਲ, ਇੱਕ ਈਰਖਾ। ਮਰਦ ਕਹਿੰਦੇ ਅਸੀਂ ਉਹਨਾਂ ਦੇ ਦਿਲ ਦੀ ਜਾਣ ਲਈ, ਉਹਨਾਂ ਸਾਨੂੰ ਮਸਜਿਦ ਵਿੱਚ ਲੈ ਕੇ ਇਸੇ ਕਰਕੇ ਆਂਦਾ ਵੀ ਗੁਰੂ ਨਾਨਕ ਸਾਹਿਬ ਪਹਿਲਾਂ ਤੇ ਨਮਾਜ਼ ਨਹੀਂ ਪੜ੍ਹਨਗੇ, ਨਹੀਂ ਪੜ੍ਹਨਗੇ ਸਜ਼ਾ ਦੇਾਂਗੇ, ਜੇ ਪੜ੍ਹਨਗੇ ਤੇ ਮੁਸਲਮਾਨ ਹੋ ਜਾਣਗੇ। ਸਤਿਗੁਰ ਕਹਿੰਦੇ ਉਹ ਕਪਟ ਕਰਕੇ ਰੱਬ ਦੇ ਘਰ 'ਚ ਖੜੇ ਸੀ, ਅੰਦਰੋਂ ਖਾਲੀ ਸੀ, ਕੋਰੇ, ਸਿਵਾਏ ਨਫ਼ਰਤ, ਸਿਵਾਏ ਹਉਮੈ ਤੋਂ ਦੋਨਾਂ ਦੇ ਮਨ ਵਿੱਚ ਟਿਕਾ ਨਹੀਂ ਸੀ। ਇੱਕ ਛਿਨ, ਇੱਕ ਸੈਕਿੰਡ ਤੋਂ ਵੀ ਘੱਟ ਉਹਨਾਂ ਦਾ ਮਨ ਧਾਰਮਿਕ ਅਸਥਾਨ ਵਿੱਚ ਨਹੀਂ ਆਇਆ। ਉਹ ਗੈਰ ਹਾਜ਼ਰ ਸਨ। ਵਿਸੈ ਮੋਹ ਮੇ ਫਸੇ, ਸਦਾ ਮਨ ਤਹਿ ਬਸੈ, ਹੋ ਉਰਜੇ ਸਭ ਧਨਬਾਦ, ਪ੍ਰਭੂ ਰਸ ਕਿਉਂ ਰਸੈ। ਵਿਸ਼ਿਆਂ ਦੇ ਵਿੱਚ ਉਲਝੇ ਹੋਏ ਸੀ, ਮੋਹ ਮਾਇਆ ਵਿੱਚ ਮੱਤੇ ਹੋਏ ਸੀ ਕਾਜੀ ਤੇ ਨਵਾਬ। ਸਾਡਾ ਸਿਰਫ ਉਹ ਪਹਿਰਾਵਾ ਵੇਖਦੇ ਸੀ ਵੀ ਫਟੇ ਪੁਰਾਣੇ ਕੱਪੜੇ ਪਾਈ ਫਿਰਦਾ, ਇਹਨੂੰ ਕਮਲੇ ਨੂੰ ਕੀ ਪਤਾ ਹੈ। ਮਰਦ ਕਹਿੰਦੇ ਸਾਨੂੰ ਕਮਲਾ ਦੱਸਦੇ ਸੀ, ਅਸੀਂ ਸੁਣ ਕੇ ਕਦੇ ਗੁੱਸਾ ਨਹੀਂ ਕੀਤਾ। ਸ਼ਰੇਆਮ ਬੋਲਦੇ ਸੀ, ਪਰ ਉਹ ਵਿਖਾਉਣਾ ਚਾਹੁੰਦੇ ਸੀ ਵੀ ਸਾਡੇ ਸਿਰ ਤੇ ਧਰਮ ਚੱਲਦਾ ਹੈ, ਅਸੀਂ ਇਸਲਾਮ ਦੇ ਮੋਢੀ ਹਾਂ, ਮੁਖੀਏ ਹਾਂ। ਖੁਦਾਵੰਦ ਕਰੀਮ ਸਾਡੇ ਤੇ ਬੜਾ ਮਿਹਰਬਾਨ ਹੈ, ਅੱਲਾ ਦੀ ਰਹਿਮਤ ਹੈ। ਮਰਦ ਕਹਿੰਦੇ ਨਹੀਂ, ਰਹਿਮਤ ਨਹੀਂ ਸੀ, ਮਾੜੇ ਕਰਮ ਸਾਨੂੰ ਨਾ ਦੇ ਆਖੋ ਸਤਨਾਮ। ਧਰਮ ਦੀ ਥਾਂ ਤੇ ਖੜ ਕੇ ਹੰਕਾਰ ਕਰਨਾ, ਧਰਮ ਦੀ ਥਾਂ ਤੇ ਬਹਿ ਕੇ ਈਰਖਾ ਰੱਖਣੀ,
ਨਫ਼ਰਤ ਰੱਖਣੀ ਅੰਦਰ ਤੇ ਆਪਣੇ ਆਪ ਨੂੰ ਸਿਆਣਾ ਦੱਸਣਾ, ਇਹ ਤੋਂ ਵੱਡੇ ਪਾਪਾਂ ਦੀ ਨਿਸ਼ਾਨੀ ਕੋਈ ਨਹੀਂ ਹੋ ਸਕਦੀ ਕਲਯੁਗ ਦੇ ਸਮੇਂ 'ਚ। ਕਿਉਂਕਿ ਕਲਯੁਗ ਦਾ ਜਿਹੜਾ ਵਕਤ ਆ ਨਾ, ਇਹਦੇ ਪਖੰਡ ਥੋੜੇ ਹੋਰ ਤਰੀਕੇ ਦੇ ਆ। ਇਹ ਨਹੀਂ ਹੈ ਵੀ ਇੱਥੇ ਅੱਜ ਕਲਯੁਗ ਵਿੱਚ ਧਰਮੀ ਲੋਕਾਂ ਦੀ ਥੋੜ ਹੈ। ਧਰਮੀ ਤੇ ਇੱਕ ਤੋਂ ਇੱਕ ਵੱਧ ਤੁਰਿਆ ਫਿਰਦਾ, ਪਰ ਉਹ ਕਿਹੜਾ ਧਰਮੀ ਆ ਜਿਹਦੇ ਜੀਵਨ ਵਿੱਚ ਪਖੰਡ ਨਹੀਂ ਹੈ, ਕਰਮ ਕਾਂਡ ਨਹੀਂ ਹੈ, ਉਹ ਗਿਣਤੀ ਦੇ ਆ। ਧਰਮ ਦੀ ਆੜ ਵਿੱਚ ਪਖੰਡ ਹੋਣਗੇ, ਇਸੇ ਨੂੰ ਤੇ ਕਲਯੁਗ ਕਹਿੰਦੇ। ਆਖੋ ਸਤਨਾਮ। ਧਰਮ ਦੀ ਦੁਨੀਆ 'ਚ ਪਖੰਡ ਹੋਣ ਨੂੰ ਕਲਯੁਗ ਆਖਿਆ ਜਾਂਦਾ ਹੈ। ਇੱਕ ਮਾੜਾ ਬੰਦਾ ਮਾੜੇ ਕੰਮ ਕਰੇ, ਲੋਕੀ ਕਹਿੰਦੇ ਕੋਈ ਹੈਰਾਨੀ ਨਹੀਂ ਹੋਈ। ਸ਼ਰਾਬੀ ਸ਼ਰਾਬ ਪੀਵੇ, ਲੋਕਾਂ ਨੂੰ ਗਾਲਾਂ ਕੱਢੇ, ਕਹਿੰਦੇ ਨਵਾਂ ਕੰਮ ਹੈ ਕੋਈ। ਇਹ ਤੇ ਮੁੱਦਤ ਤੋਂ ਚੱਲਿਆ ਆਇਆ, ਮੁੱਦਤਾਂ ਕਾਲਾਂ ਤੋਂ ਲੋਕੀ ਕਰਦੇ ਆਏ ਆ। ਚੋਰ ਚੋਰੀ ਕਰੇ, ਕੋਈ ਹੈਰਾਨੀ ਹੁੰਦੀ, ਪਰ ਜਦ ਇੱਕ ਧਾਰਮਿਕ ਸ਼ਖਸ ਹੰਕਾਰ ਕਰੇ, ਮਾੜੇ ਕਰਮ ਕਰੇ, ਲੋਕੀ ਕਹਿੰਦੇ ਆ ਘੋਰ ਸਾਈਂ ਦਾ। ਦੁਨੀਆ ਵਿੱਚ ਐਸੇ ਵੀ ਲੋਕ ਪਏ ਆ, ਉਹ ਧਰਮ ਦੀ ਆੜ 'ਚ ਪਖੰਡ ਵੀ ਕਰਦੇ ਆ, ਪਾਪ ਵੀ ਕਰਦੇ ਆ। ਮਰਦ ਕਹਿੰਦੇ ਉਹ ਪਾਪ ਦੇ ਅੰਦਰੋਂ ਗਲੋਂ ਭਰੇ ਹੋਏ ਸੀ, ਉਹ ਸਾਨੂੰ ਕੇਵਲ ਨੀਵਾਂ ਵਿਖਾਉਣਾ ਚਾਹੁੰਦੇ ਸੀ। ਜਦ ਕਹਿੰਦੇ ਨਮਾਜ਼ ਪੜ੍ਹੋ, ਉਜ਼ੂ ਕੀਤਾ ਗਿਆ, ਅਸੀਂ ਨਮਾਜ਼ ਵਿੱਚ ਖੜ ਗਏ, ਪਰ ਸਾਡੇ ਨਾਲ ਖੜਨ ਵਾਲੇ ਆਪ ਖੜੇ ਨਹੀਂ। ਜਹੈਂ ਤਹੈਂ ਮਨ ਤਿਨ ਹੁਤੋ ਬਤਾਇਓ ਸਭੀ ਸਹੀ। ਕਵਤ ਜਗਤ ਕੋ ਧੰਦ ਸਥਿਰ ਇੱਕ ਛਿਨ ਨਹੀਂ। ਸਤਿਗੁਰਾਂ ਦੇ ਭੈਣ ਜੀ ਪੁੱਛਦੇ ਆ ਮਹਾਰਾਜ ਕਿ ਮਸਜਿਦ ਦੇ ਵਿੱਚ ਨਵਾਬ ਸਾਹਿਬ ਨਹੀਂ ਖੜੇ? ਪੁੱਛ ਰਹੇ ਆ ਕਿਉਂਕਿ ਇੰਟਰਸਟ ਹੈ, ਦਿਲਚਸਪੀ ਹੈ, ਪਿਆਰ ਦੀ ਭਾਵਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਰੀਰ ਕਰਕੇ ਖੜੇ ਸੀ, ਮਨ ਕਰਕੇ ਤੇ ਇੱਕ ਪਲ ਵੀ ਨਹੀਂ ਆਏ। ਉਹ ਸਮੇਂ ਦਾ ਨਵਾਬ ਮਨ ਕਰਕੇ ਘੋੜੇ ਖਰੀਦਦਾ ਫਿਰਦਾ ਸੀ ਕੰਧਾਰ ਦੀ ਮੰਡੀ ਚੋਂ, ਤੇ ਕਾਜੀ ਬੋਲ ਪਿਆ, ਕਹਿੰਦਾ ਜੀ ਤੁਸੀਂ ਨਵਾਬ ਸਾਹਿਬ ਨੂੰ ਮੰਦਾ ਬੋਲਦੇ ਹੋ, ਜੇ ਇਹਨਾਂ ਦਾ ਮਨ ਗੈਰ ਹਾਜ਼ਰ ਸੀ ਮੇਰੇ ਨਾਲ ਪੜ੍ਹ ਲੈਂਦੇ। ਸਤਿਗੁਰ ਕਹਿੰਦੇ ਸਾਡੇ ਤੋਂ ਕਿਹਾ ਗਿਆ ਵੀ ਤੂੰ ਤੇ ਘਰੇ ਘੋੜੀ ਦਾ ਵਸ਼ੀਰਾ ਸਾਂਭਦਾ ਫਿਰਦਾ, ਕਿਤੇ ਖੂਹ 'ਚ ਨਾ ਡਿੱਗ ਜੇ। ਹੱਸ ਕੇ ਮਰਦ ਕਹਿੰਦੇ ਜੈ ਰਾਮ ਜੀ, ਇਹੋ ਜੀ ਨਮਾਜ਼ ਹੋਈ। ਆਖੋ ਸਤਨਾਮ। ਮੈਂ ਉਹਨਾਂ ਲੋਕਾਂ ਨਾਲ ਨਮਾਜ਼ ਪੜ੍ਹਨ ਵਾਸਤੇ ਗਿਆ ਜਿਹੜੇ ਕੇਵਲ ਸਰੀਰ ਕਰਕੇ ਆਏ, ਮਨ ਕਰਕੇ ਤੇ ਪਹੁੰਚੇ ਹੀ ਨਾ। ਤੇ ਜਦ ਕੋਈ ਮਨ ਕਰਕੇ ਹਾਜ਼ਰ ਹੋਇਆ ਨਾ, ਮੈਂ ਨਮਾਜ਼ ਕਿਹਦੇ ਨਾਲ ਅਦਾ ਕਰਨੀ ਸੀ? ਅੱਲਾ ਨੂੰ ਯਾਦ ਕਿਹਦੇ ਪਿਆਰ ਵਿੱਚ ਕਰਦਾ ਮੈਂ। ਸੁਣ ਕਰ ਨਿਮਿਓ ਨਰੇਸ਼ ਸੋ ਨਿਸ਼ਚੈ ਪਾਈ ਕੈ। ਹੋ ਬਖਸ਼ੋ ਭੂਲ ਜੋ ਭੰਨਿਓ ਦਿਆ ਮਨ ਲਾਈ ਕੈ। ਜੈ ਰਾਮ ਆਖਣ ਲੱਗੇ ਸਤਿਗੁਰੂ ਜੀ, ਜਿਸ ਵੇਲੇ ਆਪ ਜੀ ਨੇ ਉਹਨਾਂ ਦੇ ਪਰਦੇ ਖੋਲ ਦਿੱਤੇ, ਫਿਰ ਨਵਾਬ ਗੁੱਸੇ 'ਚ ਨਹੀਂ ਆਇਆ, ਬੋਲਿਆ ਨਹੀਂ। ਮਰਦ ਕਹਿੰਦੇ ਉਹਨੇ ਕੀ ਬੋਲਣਾ ਸੀ? ਚੋਰ ਕਦ ਬੋਲਦਾ, ਬੇਕਰਮੀ ਕਦ ਬੋਲਦਾ? ਜਦ ਨਵਾਬ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਨੇ ਮੇਰੇ ਦਿਲ ਦੀ ਰਮਜ ਜਾਣ ਲਈ ਅੰਤਰਜਾਮਤਾ ਦੇ ਨਾਲ, ਮਰਦ ਕਹਿੰਦੇ ਉਹ ਸਮੇਂ ਦਾ ਰਾਜਾ ਤੇ ਝਟਪਟ ਹੀ ਮੰਨ ਗਿਆ, ਜੀ ਤੁਸੀਂ ਸੱਚ ਕਹਿੰਦੇ ਹੋ। ਮਰਦ ਕਹਿੰਦੇ ਜੇ ਮੰਨਿਆ ਨਹੀਂ, ਧਰਮੀ ਕਹਾਉਣ ਵਾਲਾ ਕਠੋਰ ਪਾਪੀ ਕਾਜੀ ਨਹੀਂ ਮੰਨਿਆ। ਆਖੋ ਸਤਨਾਮ। ਇਹ ਸੱਚ ਹੈ। ਕਲਯੁਗ ਦੇ ਵਿੱਚ ਧਰਮ ਦਾ ਦਿਖਾਵਾ ਕਰਨ ਵਾਲੇ ਲੋਕ ਜਿੰਨੇ ਕਪਟੀ, ਛਲੀਏ, ਧੋਖੇਬਾਜ਼, ਪਾਪੀ ਤੇ ਮਾੜੇ ਕਰਮਾਂ ਵਾਲੇ ਹੋਣਗੇ ਨਾ, ਇੰਨੇ ਲੋਕ ਤੁਹਾਨੂੰ ਆਮ ਨਹੀਂ ਮਿਲਣਗੇ। ਅੱਜ ਧਰਮ ਦੀ ਆੜ 'ਚ ਕੀ ਨਹੀਂ ਹੁੰਦਾ, ਇਹ ਅੱਜ ਦਾ ਨਹੀਂ ਹੈ, 5000 ਸਾਲਾਂ ਤੋਂ ਹੁੰਦਾ ਆਇਆ ਹੈ। ਇਸ ਕਲਯੁਗ ਦੇ ਵਕਤ ਵਿੱਚ ਅਜੇ ਤੇ ਕੰਮ ਦੀ ਸ਼ੁਰੂਆਤ ਹੈ। ਕਲਗੀਧਰ ਪਾਤਸ਼ਾਹ ਲਿਖਦੇ ਆ, ਕਹਿੰਦੇ ਘਰ ਘਰ ਹੋਏ ਬਹਿੰਗੇ ਰਾਮਾ। ਅਜੇ ਤੇ ਦੁਨੀਆ ਕਿਸੇ ਸਟੇਟ ਵਿੱਚ, ਕਿਸੇ ਜ਼ਿਲ੍ਹੇ ਵਿੱਚ, ਕਿਸੇ ਸ਼ਹਿਰ ਵਿੱਚ ਕਿਸੇ ਨੂੰ ਰੱਬ ਬਣਾਈ ਬੈਠੀ ਹੈ। ਇੱਕ ਸਮਾਂ ਐਸਾ ਆਏਗਾ ਘਰ ਘਰ ਲੋਕੀ ਰੱਬ ਬਣ ਕੇ ਬੈਠਣਗੇ, ਦਾਅਵੇ ਕਰਨਗੇ ਮੈਂ ਫਲਾਣੇ ਦਾ ਅਵਤਾਰ ਹਾਂ। ਘਰ ਘਰ ਹਰ ਵਿਹੜੇ ਵਿੱਚ ਹੋਇਆ ਕਰਨਗੇ। ਤੇ ਕਹਿੰਦੇ ਫਿਰ ਇਹੋ ਜਿਹਾ ਸਮਾਂ ਵੀ ਕਲਯੁਗ ਵਿੱਚ ਆਉਣਾ ਹੈ। ਸੂਰਜ ਚੜ੍ਹਦਿਆਂ ਧਰਮ ਦੀ ਸ਼ੁਰੂਆਤ ਹੋਇਆ ਕਰੂ ਤੇ ਸੂਰਜ ਛਿਪਦਿਆਂ ਲਿਪਟ ਜਾਇਆ ਕਰਨਗੇ। ਇੰਨਾ ਘੋਰ ਪਾਪ ਧਰਮ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਹੋਣਾ ਹੈ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਉਦੋਂ ਪਾਪ ਕਿਹੜਾ ਸੀ? ਕਿਹੜਾ ਪਾਪ ਸੀ ਜੀ? ਮਰਦ ਲਿਖਦੇ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਕਹਿੰਦੇ ਕਾਜੀ ਲੋਕ ਧਾਰਮਿਕ ਸੀ, ਵੱਡੀਆਂ ਲੈਂਦੇ ਸੀ,
ਸਨਾਤਨ ਮਤ ਦੇ ਹਿੰਦੂ ਪੰਡਤ ਲੋਕ ਲੋਕਾਂ ਨੂੰ ਪੂਜਾ ਦੇ ਨਾਂ ਤੇ ਲੁੱਟਦੇ ਸੀ। ਇਹੀ ਤੇ ਪਾਪ ਸੀ, ਇਹੀ ਤੇ ਪਖੰਡ ਸੀ। ਕਦੇ ਮਰਦ ਨੇ ਕਿਹਾ ਵੀ ਭਾਈ ਸ਼ਰਾਬ ਪੀਣ ਵਾਲੇ ਦੁਨੀਆ ਤੋਂ ਸ਼ਰਾਬ ਪੀਣੀ ਬੰਦ ਕਰ ਦੇਣਗੇ, ਚੋਰੀਆਂ ਕਰਨ ਵਾਲੇ ਚੋਰੀਆਂ ਬੰਦ ਕਰ ਦੇਣਗੇ, ਡਾਕਿਆਂ ਵਾਲੇ ਡਾਕੇ ਛੱਡ ਦੇਣਗੇ। ਇਹ ਹੈ ਦੁਨੀਆ ਦੀ ਗੱਲ। ਗੁਰੂ ਸਾਹਿਬ ਨੇ ਸੁਧਾਰ ਉਹਨਾਂ ਦਾ ਕੀਤਾ ਸੀ ਜਿਹੜੇ ਧਰਮ ਦੇ ਨਾਂ ਤੇ ਪਾਪ ਕਰਦੇ ਸੀ, ਤੀਰਥਾਂ ਤੇ ਬਹਿ ਕੇ ਲੁੱਟਦੇ ਸੀ ਲੋਕਾਂ ਨੂੰ। ਉਹਨਾਂ ਨੂੰ ਤਾਰਿਆ ਮਹਾਰਾਜ ਨੇ, ਉਹਨਾਂ ਨੂੰ ਸਿੱਧੇ ਰਾਹ ਪਾਇਆ, ਕਿਉਂਕਿ ਧਾਰਮਿਕ ਲੋਕ ਦੁਨੀਆ ਲਈ ਆਈਡਲ ਹੁੰਦੇ ਆ। ਬੜੇ ਲੋਕ ਨੇ ਜੀ, ਕਿਸੇ ਨਾ ਕਿਸੇ ਧਾਰਮਿਕ ਸ਼ਖਸ ਨੂੰ ਮੰਨਦੇ ਆ। ਜਦ ਉਹ ਧਾਰਮਿਕ ਸ਼ਖਸ ਕੋਈ ਮਾੜਾ ਕੰਮ ਕਰਦਾ ਤੇ ਲੱਖਾਂ ਦਿਲ ਟੁੱਟਦੇ ਆ, ਕਿਉਂਕਿ ਧਾਰਮਿਕ ਲੋਕਾਂ ਤੋਂ ਲੋਕੀ ਉਮੀਦ ਰੱਖਦੇ ਰੱਬ ਦੀ ਗੱਲ ਕਰਦੇ ਆ, ਰੱਬ ਕੋਲ ਜੁੜੇ ਹੋਏ ਆ। ਪਰ ਜਦ ਉਹ ਰੱਬ ਦੇ ਨਾਂ ਤੇ ਪਾਪ ਕਰਦੇ ਆ, ਜੱਗ ਜ਼ਾਹਰ ਹੁੰਦੇ ਆ, ਕਹਿੰਦੇ ਫਿਰ ਉਹ ਦੁਨੀਆ ਦੇ ਪਾਪੀਆਂ ਤੋਂ ਵੱਡੇ ਅਪਰਾਧੀ ਬਣ ਜਾਂਦੇ ਨੇ, ਵੱਡੇ ਅਪਰਾਧੀ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਾਜੀ ਕਪਟੀ ਸੀ, ਕਾਜੀ ਛਲੀਆ ਸੀ, ਉਹ ਮੰਨਣ ਲਈ ਤਿਆਰ ਨਹੀਂ ਸੀ। ਫਿਰ ਨਵਾਬ ਕਹਿੰਦਾ ਕਾਜੀ ਸਭ ਮੰਨ ਜੋ, ਸੱਚ ਹੀ ਤੇ ਕਹਿੰਦੇ ਨੇ। ਮੋਹਰ ਦਰਬ ਕੀ ਬਾਤ ਨਿਵਾਬ ਬਖਾਨਿਆ, ਅਰਦ ਦੀਨ ਸ਼੍ਰੀ ਚੰਦ ਅਰਦ ਹਿਤ ਦਾਨਿਆ। ਗੁਰੂ ਸਾਹਿਬ ਆਖਣ ਲੱਗੇ ਜੀਜਾ ਜੀ ਸਮੇਂ ਦਾ ਨਵਾਬ ਧਰਮੀ ਸੀ, ਉਹ ਛੇਤੀ ਮੰਨ ਗਿਆ ਵੀ ਮੇਰੇ ਮਨ ਦੀ ਖੁਟਾਈ ਸੀ, ਮੈਂ ਹਾਜ਼ਰ ਨਹੀਂ ਸੀ। ਤੇ ਜਿਹੜਾ ਧਰਮ ਦਾ ਮੋਢੀ ਸੀ ਨਾ ਕਾਜੀ, ਹੰਕਾਰ ਦਾ ਭਰਿਆ, ਜਿਹੜਾ ਲੋਕਾਂ ਨੂੰ ਮੰਤਰ ਸਿਖਾਉਂਦਾ ਸੀ, ਇਲਮ ਸਿਖਾਉਂਦਾ ਸੀ, ਉਹ ਨਹੀਂ ਸੀ ਮੰਨਦਾ। ਕਹਿੰਦੇ ਆਖਰਕਾਰ ਨਵਾਬ ਦੇ ਕਹਿਣ ਤੇ ਉਹਨੂੰ ਮੰਨਣਾ ਪਿਆ ਵੀ ਇਹ ਸੱਚ ਹੈ। ਉਹਨੇ ਸੱਚ ਦੀ ਪ੍ਰੋੜਤਾ ਕੀਤੀ। ਗੁਰੂ ਸਾਹਿਬ ਕਹਿੰਦੇ ਥੋੜੇ ਸਮੇਂ ਬਾਅਦ ਉਸੇ ਮਸਜਿਦ ਵਿੱਚ ਨਵਾਬ ਸਾਥੋਂ ਉਪਦੇਸ਼ ਮੰਗਦਾ ਸੀ। ਅਸੀਂ ਉਪਦੇਸ਼ ਰੱਬ ਦੇ ਨਾਂ ਦਾ ਦਿੱਤਾ ਹੈ। ਜੀਜਾ ਜੈ ਰਾਮ ਜੀ ਸਮੇਂ ਦਾ ਨਵਾਬ ਉਪਦੇਸ਼ ਤੋਂ ਬਾਅਦ ਕਹਿੰਦਾ ਮਹਾਰਾਜ ਮੇਰੇ ਕੋਲ ਆਪ ਜੀ ਦੀ ਅਮਾਨਤ 760 ਪਈ ਹੈ, ਦੱਸੋ ਕਿਰਪਾ ਕਰੋ ਕੀ ਕਰਾਂ। ਕਿਉਂਕਿ ਸਤਿਗੁਰਾਂ ਦੀ ਇਹ ਆਵਾਜ਼ ਕੋਈ ਹੋਰ ਵੀ ਸੁਣ ਰਿਹਾ ਹੈ। ਕੌਣ ਸੁਣਦਾ ਜੀ? ਸਤਿਗੁਰਾਂ ਦੇ ਘਰੋਂ ਮਹਿਲ ਸਾਡੇ ਮਾਤਾ ਸੁਲੱਖਣੀ ਜੀ, ਨਾਲ ਹੀ ਤੇ ਉਹਨਾਂ ਦਾ ਘਰ ਹੈ, ਸਭ ਸੁਣਦਾ ਹੈ। ਗੁਰੂ ਸਾਹਿਬ ਆਏ ਹੋਏ ਆ, ਮਿਲਣ ਨਹੀਂ ਆਏ, ਨਾਰਾਜ਼ਗੀ ਹੈ ਵੀ 7 ਮਹੀਨਿਆਂ ਤੋਂ ਕਿੱਥੇ ਸੀ ਤੁਸੀਂ। ਕਿਉਂਕਿ ਪਿਤਾ ਬਹੁਤ ਬੋਲ ਕੇ ਆਏ ਆ ਸਤਿਗੁਰਾਂ ਨੂੰ, ਮੂਲ ਚੰਦ ਜੀ ਭਰੀ ਕਚਹਿਰੀ 'ਚ ਵੀ ਜਾਏ ਆਏ, ਮਨ ਮੁਟਾਵ ਬਹੁਤ ਵੱਡੇ ਪੱਧਰ ਤੇ ਹੋਇਆ ਵੀ ਇਹਨਾਂ ਨੂੰ ਆਪਣੇ ਬੱਚਿਆਂ ਦਾ ਫਿਕਰ ਨਹੀਂ, ਪਰਿਵਾਰ ਦਾ ਫਿਕਰ ਨਹੀਂ। ਅੱਜ ਵੀ ਜੇ ਮਿਲਣਾ ਆਏ ਨੇ ਭੈਣ ਜੀ ਤੇ ਜੀਜਾ ਜੀ ਨੂੰ ਮਿਲਣਾ ਆਏ, ਸਾਡੇ ਕਿਹੜਾ ਘਰੇ ਆ ਗਏ, ਇੱਕ ਮਨ ਮੁਟਾਵ ਸੀ। ਪਰ ਜਿਸ ਵੇਲੇ ਮਾਇਆ ਦੀ ਗੱਲ ਚੱਲੀ ਧਿਆਨ ਦੇ ਕੇ ਸੁਣਦੇ ਨੇ। ਕਹਿ ਕਰ ਗਮਨਿਓ ਸਦਨ ਬੰਦਨਾ ਥਾਨ ਸੋ, ਹੋ ਹਮ ਆਏ ਤੁਮ ਨਿਕਟ ਭਈ ਇਬ ਜਾਨ ਸੋ। ਗੁਰੂ ਸਾਹਿਬ ਕਹਿੰਦੇ ਜੀਜਾ ਜੀ ਜਿਸ ਵੇਲੇ ਨਵਾਬ ਨੇ ਸਾਡੇ ਕੋਲ ਜ਼ਿਕਰ ਕੀਤਾ ਮਾਇਆ ਦਾ, ਮੈਂ ਕਿਹਾ ਨਵਾਬ ਸਾਹਿਬ ਇਹ ਤੇ ਮਾਇਆ ਤੁਹਾਡੀ ਹੈ, ਰੱਬ ਦੇ ਨਾਂ ਤੇ ਦਿੱਤੀ, ਜੋ ਮਰਜ਼ੀ ਕਰੋ। ਕਹਿੰਦੇ ਮਰਜ਼ ਨਹੀਂ, ਦੱਸੋ ਤੁਹਾਡੇ ਬੱਚਿਆਂ ਨੂੰ ਦੇ ਦਈਏ। ਤੁਹਾਡੇ ਸਹੁਰਾ ਸਾਹਿਬ ਆਏ ਆ, ਉਹ ਇਨਸਾਫ ਮੰਗਦੇ ਆ। ਸਤਿਗੁਰ ਕਹਿੰਦੇ ਅਸੀਂ ਹੱਸ ਕੇ ਕਹਿ ਦਿੱਤਾ ਅੱਧੀ ਭਾਵੇਂ ਰੱਖ ਲਓ, ਅੱਧੀ ਭਾਵੇਂ ਦੇ ਦਿਓ, ਸਾਰੀ ਨਾ ਦਿਓ, ਕਿਉਂਕਿ ਇਹ ਰੱਬ ਦੇ ਨਾਂ ਦੀ ਮਾਇਆ ਘਰ ਪਰਿਵਾਰ ਬੱਚਿਆਂ ਲਈ ਜ਼ਹਿਰ ਹੈ। ਆਖੋ ਸਤਨਾਮ। ਕਿਤੇ ਨਾ ਕਿਤੇ ਇਸੇ ਜ਼ਹਿਰ ਦਾ ਅਸਰ ਪਿਆ ਸੀ ਪਰਿਵਾਰ ਤੇ। ਤੁਸੀਂ ਕਹੋਗੇ ਉਹ ਕਿਵੇਂ? 760 ਦਾ ਅੱਧ ਬਾਬਾ ਸ੍ਰੀ ਚੰਦ ਜੀ ਦੇ ਨਾਮ ਕੱਢਿਆ, ਲਖਮੀ ਚੰਦ ਜੀ ਦੇ ਨਾਮ ਕੱਢਿਆ। ਤੇ ਜਦੋਂ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਦੀ ਪਰਖ ਕੀਤੀ ਨਾ, ਫਿਰ ਬਾਣੀ ਲਿਖਦੀ ਹੈ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਉਹ ਕੰਨ ਮੁਰਟੀਐ। ਪੁੱਤਰਾਂ ਨੇ ਬਚਨ ਨਹੀਂ ਪਾਲੇ, ਪੁੱਤਰਾਂ ਨੇ ਬਚਨ ਨਹੀਂ ਮੰਨੇ। ਕਿਉਂ? ਭਗਤੀ ਘੱਟ ਸੀ? ਨਹੀਂ। ਬਾਬਾ ਸ੍ਰੀ ਚੰਦ ਵਰਗਾ ਤਪਸਵੀ ਕੌਣ ਹੋ ਜੂ? ਇਹ ਖੇਡਾਂ ਸੀ ਮਹਾਰਾਜ ਦੀਆਂ। ਓਏ ਆ ਮਾਇਆ ਵਰਤਦੀ ਰਹੀ। ਆਖੋ ਸਤਨਾਮ। ਇਹ ਮਾਇਆ ਵਰਤੀ ਆ ਪਰਿਵਾਰ 'ਚ, ਇਸੇ ਕਰਕੇ ਉਹ ਗੁਰਗੱਦੀ ਦੇ ਹੱਕਦਾਰ ਨਹੀਂ ਰਹੇ। ਬੇਸ਼ੱਕ ਮਾਇਆ ਦਾ ਤਿਆਗ ਕਰਕੇ ਰੱਖਿਆ, ਪਰ ਬਚਪਨ ਵਿੱਚ ਜਿਹੜੀ ਮਾਇਆ ਘਰ ਪ੍ਰਵੇਸ਼ ਹੋ ਗਈ ਨਾ, ਉਸ ਮਾਇਆ ਨੇ ਪ੍ਰਭਾਵ ਜ਼ਰੂਰ ਪਾਇਆ ਹੈ। ਮਰਦ ਕਹਿੰਦੇ ਫਿਰ ਅੱਧੀ ਮਾਇਆ ਨਵਾਬ ਨੇ ਆਪਣੇ ਕੋਲੇ ਰੱਖ ਲਈ, ਉਹਨੇ ਫਕੀਰਾਂ ਵਿੱਚ ਵੰਡੀ। ਜੀਜਾ ਜੀ ਇੰਨੀ ਗੱਲ ਹੋਈ ਹੈ ਉਸ ਮਸਜਿਦ ਦੇ ਵਿੱਚ, ਇਹ ਬਚਨ ਬਲਾਸ ਹੋਏ ਨੇ। ਅਸੀਂ ਜਦੋਂ ਬਾਹਰ ਨਿਕਲੇ ਸਾਨੂੰ ਲੋਕਾਂ ਨੇ ਘੇਰ ਲਿਆ। ਕੋਈ ਸਾਨੂੰ ਕਮਲਾ ਕਹਿੰਦਾ ਸੀ, ਕੋਈ ਸਾਨੂੰ ਫਕੀਰ ਕਹਿੰਦਾ ਸੀ, ਕੋਈ ਸਾਨੂੰ ਰੱਬੀ ਨੂਰ ਕਹਿੰਦਾ ਸੀ। ਇਸ ਲਈ ਸਮਾਂ ਲੱਗ ਗਿਆ। ਉਸ ਮਸਜਿਦ ਤੋਂ ਅਸੀਂ ਸਿੱਧਾ ਤੁਹਾਡੇ ਕੋਲ ਆਏ ਹਾਂ, ਤੁਹਾਡੇ ਚਰਨਾਂ ਵਿੱਚ ਬੈਠੇ ਹਾਂ।